अस्सलाम वालेकुम वरहमतुल्लाहि वबरकातुह। ਅੱਜ ਇੱਕ ਖਾਸ ਅਮਲ ਦੇਣ ਦਾ ਇਰਾਦਾ ਹੈ ਉਹਨਾਂ ਲੋਕਾਂ ਲਈ ਖਾਸ ਜਿਹੜੇ ਸਾਡੇ ਵੀਰ ਭਰਾ ਆਪਣੇ ਡੰਗਰ ਪਾਲਦੇ ਨੇ। ਉਹਨਾਂ ਨੇ ਆਪਣੇ ਘਰਾਂ ਦੇ ਅੰਦਰ ਮੱਝਾਂ ਗਾਈਆਂ ਰੱਖੀ ਹੋਈ ਹੈ ਔਰ ਮੱਝਾਂ ਗਾਈਆਂ ਦੇ ਮਸਲੇ ਦੇ ਵਿੱਚ ਬਾਜ਼ ਔਕਾਤ ਉਹ ਉਲਝੇ ਰਹਿੰਦੇ ਨੇ, ਪਰੇਸ਼ਾਨ ਹੁੰਦੇ ਨੇ। ਉਹਨਾਂ ਵਾਸਤੇ ਇੱਕ ਖਾਸ ਅਮਲ ਬਹੁਤ ਸਾਰੇ ਵੀਰ ਭਰਾਵਾਂ ਨੇ ਰਿਕੁਐਸਟ ਕੀਤੀ ਸੀ ਕਿ ਸਾਨੂੰ ਇੱਕ ਖਾਸ ਅਮਲ ਐਸਾ ਦਿੱਤਾ ਜਾਵੇ ਜਿਹਦੇ ਵਾਸਤੇ ਅਸਾਂ ਬਹੁਤ ਪਰੇਸ਼ਾਨ ਹੁੰਦੇ ਆ ਕਿ ਸਾਡੀ ਮੱਝ ਜਾਂ ਸਾਡੀ ਗਾਈ ਜਦੋਂ ਸੂਣ ਵਾਲੀ ਹੁੰਦੀ ਹੈ, ਬੱਚਾ ਦੇਵਣ ਵਾਲੀ ਹੁੰਦੀ ਹੈ, ਤੇ ਉਸ ਤੋਂ ਪਹਿਲੇ ਉਹਦਾ ਪਿੱਛਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਦੇ ਵਿੱਚ ਅਸਾਂ ਬੜੇ ਪਰੇਸ਼ਾਨ ਹੁੰਦੇ ਹੈ ਕਿ ਇਹ ਸਾਡੇ ਲਈ ਮੁਸੀਬਤ ਨਾ ਬਣ ਜਾਵੇ। ਤੇ ਜ਼ਾਹਿਰ ਹੈ ਕਿ ਡੰਗਰ ਲਈ ਵੀ ਇੱਕ ਬੜਾ ਤਕਲੀਫ ਦੇ ਅਮਲ ਹੁੰਦਾ ਹੈ, ਬਿਮਾਰੀ ਹੈ ਜਾਨਵਰਾਂ ਨੂੰ। ਤੋ ਇਸ ਕਰਕੇ ਜਦੋਂ ਮਾਲਿਕ ਉਸ ਨੂੰ ਦੇਖਦਾ ਹੈ ਤੇ ਮਾਲਿਕ ਆਪਣੇ ਡੰਗਰ ਦੀ ਪਰੇਸ਼ਾਨੀ, ਉਹਦੀ ਤਕਲੀਫ ਨਹੀਂ ਦੇਖ ਸਕਦਾ ਤੇ ਸੰਭਾਲਣਾ ਵੀ ਹੁੰਦਾ ਹੈ। ਇਹ ਇੱਕ ਬੜੀ ਨਿਅਮਤ ਅੱਲਾਹ ਤਾਲਾ ਨੇ ਦਿੱਤੀ ਹੋਈ ਹੈ ਕਿ ਜਿਨ੍ਹਾਂ ਮੱਝਾਂ ਗਾਈਆਂ ਰੱਖੀ ਹੋਈ ਆ ਉਹਨਾਂ ਦੀ ਨਸਲ ਵੀ ਵਧਾਉਣ ਵਾਸਤੇ ਅੱਲਾਹ ਤਾਲਾ ਨੇ ਇੱਕ ਨਿਜ਼ਾਮ ਬਣਾਇਆ ਹੋਇਆ ਹੈ ਤੇ ਇਸ ਨਿਜ਼ਾਮ ਨੂੰ ਸੰਭਾਲਣਾ ਵੀ ਮਾਲਕ ਦੇ ਉੱਪਰ ਬੜਾ ਫਰਜ਼ ਹੈ। ਉਹ ਧਿਆਨ ਰੱਖਣਾ, ਉਹਦਾ ਖਿਆਲ ਰੱਖਣਾ ਮਾਲਕ ਵਾਸਤੇ ਅੱਲਾਹ ਤਾਲਾ ਨੇ ਉਹਦੇ ਉੱਤੇ ਜ਼ਿੰਮੇ ਦਿੱਤਾ ਹੋਇਆ ਹੈ, ਫਰਜ਼ ਕਰਾਰ ਦਿੱਤਾ ਹੋਇਆ ਹੈ ਕਿ ਇਸ ਦਾ ਖਿਆਲ ਰੱਖਣਾ ਤੇਰਾ ਫਰਜ਼ ਹੈ। ਤੇ ਮਾਲਕ ਇਸ ਗੱਲ ਤੋਂ ਬੜਾ ਪਰੇਸ਼ਾਨ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ। ਤੇ ਲਿਹਾਜ਼ਾ ਇਸ ਦੇ ਉੱਪਰ ਮੈਂ ਇੱਕ ਤਾਵੀਜ਼ ਆਪਣੇ ਵੀਰ ਭਰਾਵਾਂ ਨੂੰ ਦਿੰਦਾ ਹੈ ਇਜਾਜ਼ਤ ਦੇ ਨਾਲ। ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ ਇਹ ਜਿਹੜਾ ਤੁਹਾਡੇ ਮੱਝਾਂ ਦਾ ਗਾਈਆਂ ਦਾ ਮਸਲਾ ਇੱਦਾਂ ਦਾ ਪੇਸ਼ ਆਉਂਦਾ ਹੈ ਕਿ ਉਹਦਾ ਪਿੱਛਾ ਬਾਹਰ ਆ ਜਾਂਦਾ ਹੈ, ਉਹਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ, ਬੈਠ ਨਹੀਂ ਸਕਦੀ, ਪੱਠੇ ਨਹੀਂ ਖਾਂਦੀ ਔਰ ਤਕਲੀਫ ਦੇ ਵਿੱਚ ਰਹਿੰਦੀ ਹੈ। ਤੇ ਉਸ ਗਾਈ ਜਾਂ ਉਸ ਮੱਝ ਨੂੰ ਇਹ ਤਾਵੀਜ਼ ਲਿਖ ਕੇ, ਇਹ ਸਕਰੀਨ ਤੇ ਤੁਹਾਨੂੰ ਨਜ਼ਰ ਆਏਗਾ, ਇਹ ਤੁਸੀਂ ਆਪਣੇ ਘਰ ਦੇ ਅੰਦਰ ਪਾਕ ਸਾਫ ਹੋ ਕੇ ਅੱਛਾ ਇੱਕ ਖੂਬਸੂਰਤ ਸਫੈਦ ਰੰਗ ਦਾ ਸਾਦਾ ਕਾਗਜ਼ ਲੈ ਲੈਣਾ ਹੈ ਔਰ ਉਸ ਕਾਗਜ਼ ਦੇ ਉੱਪਰ ਪੈਨ ਦੇ ਨਾਲ ਕਾਲੀ ਸਿਆਹੀ ਦੇ ਨਾਲ ਇਸ ਨੂੰ ਲਿਖ ਲੈਣਾ ਹੈ। ਲਿਖਣ ਤੋਂ ਬਾਅਦ ਇਹ ਤਾਵੀਜ਼ ਜਿਹੜਾ ਹੈ ਨਾ, ਇਹ ਉਹਦੇ ਗਲੇ 'ਚ ਪਾਉਣਾ ਹੈ। ਗਲੇ 'ਚ ਪਾਉਣ ਦਾ ਬੜਾ ਆਸਾਨ ਤਰੀਕਾ ਹੈ। ਬਾਜ਼ ਭਰਾ ਤੇ ਬੜੇ ਅੱਛੇ ਤਰੀਕੇ ਨਾਲ ਜਾਣਦੇ ਨੇ ਕਿ ਇਸ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਮੈਂ ਫਿਰ ਵੀ ਇੱਥੇ ਦੱਸ ਦਿੰਦਾ ਕਿ ਇੱਕ ਲੱਕੜੀ ਦਾ ਇੱਕ ਪਿਲਰ ਲੈ ਲੈਣਾ ਹੈ, ਲੱਕੜੀ ਦਾ ਇੱਕ ਗੁੱਠਾ, ਉਸ ਦੇ ਅੰਦਰ ਸੁਰਾਖ ਕਰ ਲੈਣਾ ਹੈ। ਉਸ ਲੱਕੜੀ ਵਾਲੇ ਕੋਲ ਹੀ ਭਾਵੇਂ ਕਰਵਾ ਲਿੱਤਾ ਜਾਵੇ ਕਿ ਉਸ ਦੇ ਅੰਦਰ ਬਰਮਾ ਮਾਰ ਕੇ ਸੁਰਾਖ ਕਰ ਲਿੱਤਾ ਜਾਵੇ ਔਰ ਉਸ ਸੁਰਾਖ ਦੇ ਅੰਦਰ ਇਸ ਤਾਵੀਜ਼ ਨੂੰ ਮੋਮ ਜਾਮੇ ਦੇ ਨਾਲ ਲਪੇਟ ਕੇ ਅੱਛੀ ਤਰ੍ਹਾਂ ਉਹ ਸੁਰਾਖ ਦੇ ਅੰਦਰ ਪਾ ਲਿਓ ਤੇ ਪਾਉਣ ਤੋਂ ਬਾਅਦ ਉਹਦੇ ਉੱਤੇ ਫਿਰ ਲੱਕੜੀ ਜਿਹੜੀ ਹੈ ਨਾ ਉਹ ਠੋਕ ਦਿਓ, ਯਾਨੀ ਉਸ ਨੂੰ ਲੱਕੜੀ ਦੇ ਨਾਲ ਬੰਦ ਕਰ ਦਿਓ। ਬੰਦ ਕਰਨ ਨਾਲ ਇਹਦੇ 'ਚ ਇਹ ਫਾਇਦਾ ਹੋਏਗਾ ਕਿ ਇੱਕ ਤੇ ਲੱਕੜੀ ਦੇ ਨਾਲ ਤਾਵੀਜ਼ ਦੀ ਬੇਅਦਬੀ ਨਹੀਂ ਹੋਏਗੀ, ਉਹ ਬਚਿਆ ਰਹੇਗਾ। ਦੂਸਰਾ ਇਹ ਹੈ ਕਿ ਜਿਹੜਾ ਤੁਹਾਡਾ ਮੱਝ ਦਾ ਉੱਪਰ ਪਾਣੀ ਪਾਉਂਦੇ ਹੋ, ਉਹਨੂੰ ਨਵਾਉਂਦੇ ਹੋ, ਤੇ ਉਹ ਨਵਾਉਣ ਦੇ ਵਿੱਚ ਪਾਣੀ ਜਿਹੜਾ ਨਾ ਜੀ ਉਹ ਤਾਵੀਜ਼ ਦੇ ਅੰਦਰ ਨਹੀਂ ਜਾਵੇਗਾ ਤੇ ਤਾਵੀਜ਼ ਜਿਹੜਾ ਨਾ ਜੀ ਤੁਹਾਡਾ ਬਚਿਆ ਰਹੇਗਾ। ਤੇ ਇਨਸ਼ਾ ਅੱਲਾ ਇਹ ਤਾਵੀਜ਼ ਇਸ ਮਾਮਲੇ ਦੇ ਵਿੱਚ ਤੁਸੀਂ ਇਸਤੇਮਾਲ ਕਰੋਗੇ ਤੇ ਮੇਰੇ ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ ਤੁਹਾਡਾ ਇਹ ਮਸਲਾ ਘਰ ਬੈਠੇ ਹੀ ਅੱਲਾਹ ਤਾਲਾ ਹੱਲ ਕਰਨਗੇ।
ਇਹ ਤਾਵੀਜ਼ ਦੀਆਂ ਇੰਨੀਆਂ ਬਰਕਤਾਂ ਨੇ, ਇੰਨੇ ਇਹਦੇ ਫਾਇਦੇ ਨੇ ਕਿ ਮੈਂ ਇਸ ਵਲੌਗ ਦੇ ਅੰਦਰ ਬਿਆਨ ਕਰਨ ਲੱਗਾ ਤੇ ਬੜਾ ਲੰਬਾ ਹੋ ਜਾਏਗਾ। ਤੁਹਾਡੇ ਵਾਸਤੇ ਇਹ ਤੋਹਫਾ ਦੇ ਰਿਹਾ ਹੈ। ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਹਰ ਬਿਮਾਰੀ ਦਾ, ਹਰ ਪਰੇਸ਼ਾਨੀ ਦਾ ਇਲਾਜ ਰੱਖਿਆ ਹੋਇਆ ਹੈ। ਸਿਰਫ ਸਾਨੂੰ ਲੱਭਣ ਦੇ ਨਾਲ ਲੱਭਦੀ ਹੈ। ਜੇ ਅਸੀਂ ਇਸ ਨੂੰ ਲੱਭ ਲਈਏ ਤੇ ਆਪਣੀ ਜ਼ਿੰਦਗੀ ਦੇ ਅੰਦਰ ਲੈ ਆਈਏ, ਸਾਡੀ ਜ਼ਿੰਦਗੀ ਇਤਨੀ ਆਸਾਨ ਹੋ ਜਾਵੇ ਕਿ ਸਾਡੀ ਸੋਚ ਵੀ ਨਹੀਂ ਜਾਂਦੀ। ਅਸਾਂ ਆਪਣੀ ਜ਼ਿੰਦਗੀ ਨੂੰ ਆਪੇ ਹੀ ਮੁਸ਼ਕਲ ਬਣਾਉਂਦੇ ਆ ਕਿ ਕੁਰਾਨ ਤੋਂ ਹਟ ਗਏ, ਸੁन्नत ਤੋਂ ਹਟ ਗਏ, ਨਬੀ ਦੇ ਤਰੀਕੇ ਤੋਂ ਹਟ ਗਏ। ਨਬੀ ਦੇ ਤਰੀਕੇ ਤੋਂ ਜਦੋਂ ਹਟੇ ਨਹੀਂ ਤੇ ਸਾਡੀਆਂ ਮੁਸੀਬਤਾਂ ਸਾਡੇ ਉੱਤੇ ਆ ਗਈ ਆ, ਮੁਸ਼ਕਲਾਂ ਸਾਡੇ ਉੱਤੇ ਆ ਗਈ ਆ, ਪਰੇਸ਼ਾਨੀਆਂ ਸਾਡੇ ਉੱਤੇ ਆ ਗਈਆਂ, ਉਹਨਾਂ ਸਾਨੂੰ ਘੇਰ ਲਿਆ। ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਨਬੀ ਦੇ ਤਰੀਕੇ ਤੇ ਲੈ ਆਵਾਂਗੇ, ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਨ ਲੱਗ ਜਾਵਾਂਗੇ ਤੇ ਇਹ ਮੁਸੀਬਤਾਂ ਤੇ ਕੁਛ ਵੀ ਨਹੀਂ, ਇਹ ਪਰੇਸ਼ਾਨੀਆਂ ਕੁਛ ਵੀ ਨਹੀਂ। ਇਹ ਜ਼ਿੰਦਗੀ ਤੁਹਾਡੀ ਇਤਨੀ ਆਸਾਨ ਹੋ ਜਾਏਗੀ ਕਿ ਤੁਸੀਂ ਲੋਕਾਂ ਨੂੰ ਕਹਿੰਦੇ ਫਿਰੋਗੇ ਕਿ ਯਾਰ ਇਹ ਬੰਦਾ ਮੁਸ਼ਕਿਲ ਵਿੱਚ ਕਿਉਂ ਫਿਰਦਾ ਪਿਆ ਹੈ। ਜਦੋਂ ਤੇ ਮੇਰੇ ਨਬੀ ਨੇ ਤਰੀਕੇ ਦੇ ਐਸੇ ਦੱਸ ਦਿੱਤੇ, ਹਰ ਜਗ੍ਹਾ ਤੇ ਮੇਰੇ ਨਬੀ ਦਾ ਤਰੀਕਾ, ਹਰ ਜਗ੍ਹਾ ਤੇ। ਹੁਣ ਜਾਨਵਰ ਪਾਲਣ ਦਾ ਵੀ ਮੇਰੇ ਨਬੀ ਦਾ ਤਰੀਕਾ। ਮੇਰੇ ਨਬੀ ਦੇ ਘਰ ਦੇ ਵਿੱਚ ਘੋੜੀਆਂ ਸੀ ਨਾ, ਬੱਕਰੀਆਂ ਵੀ ਸੀ। ਮੇਰੇ ਨਬੀ ਬੱਕਰੀਆਂ ਵੀ ਜਿਹੜੀ ਆ ਨਾ ਜੀ, ਉਹ ਕਿਸੇ ਜ਼ਮਾਨੇ ਦੇ ਅੰਦਰ ਉਹਨਾਂ ਨੂੰ ਵੀ ਚਾਰਾ ਖਿਲਾਉਣ ਵਾਸਤੇ ਲੈ ਕੇ ਜਾਂਦੇ ਰਹੇ। ਤੇ ਇਸ ਲਈ ਆਪਣੇ ਤਰੀਕੇ ਨੂੰ ਹਜ਼ੂਰ ਦੇ ਨਬੀ ਦਾ ਤਰੀਕੇ ਦੇ ਉੱਪਰ ਲੈ ਕੇ ਆਓ। ਅੱਲਾ ਦੇ ਨਬੀ ਦੇ ਤਰੀਕੇ ਦੇ ਉੱਪਰ ਲੈ ਕੇ ਆਓਗੇ ਤੇ ਇਹ ਮੁਸ਼ਕਲਾਂ ਤੁਹਾਡੇ ਲਈ ਮੁਸ਼ਕਲਾਂ ਨਹੀਂ ਰਹਿਣਗੀਆਂ, ਇਹ ਆਸਾਨੀਆਂ ਦੇ ਵਿੱਚ ਬਦਲ ਜਾਣਗੀਆਂ। ਤੇ ਆਪਣੇ ਡੰਗਰਾਂ ਦਾ ਵੀ ਖਿਆਲ ਰੱਖਿਆ ਕਰੋ ਔਰ ਆਪਣਾ ਵੀ ਨਾਲ ਖਿਆਲ ਰੱਖਿਆ ਕਰੋ ਤੇ ਸਾਡੇ ਲਈ ਵੀ ਦੁਆ ਕਰਿਆ ਕਰੋ। ਆਪਣੇ ਕੁਨਬੇ ਲਈ ਵੀ ਦੁਆਵਾਂ ਦੇ ਵਿੱਚ ਯਾਦ ਰੱਖਿਆ ਕਰੋ। ਇਹ ਦੁਆਵਾਂ ਵੀ ਬੜੀਆਂ ਕੰਮ ਆਉਣ ਵਾਲੀਆਂ ਸ਼ੈਵਾਂ ਨੇ। ਵਾ ਆਖਿਰ ਦਾਵਾਨਾ ਅਨਿਲ ਹਮਦੁਲਿल्लाहि रब्बिल